आज थी जो मैं क्लास स्टार्ट करने लगा है जो आज टॉपिक ले रहे हैं ना दैट टॉपिक इज हार्डवेयर ऑर्गेनाइजेशन ऑफ पीसी। कंप्यूटर बेसिकली एक हार्डवेयर डिवाइस है, इफ विल कॉल इट अ कंप्यूटर। कंप्यूटर एक हार्डवेयर डिवाइस है, ठीक है। लेकिन इसਨੂੰ ਰਨ ਕਰਨ ਲਈ ਅਸੀਂ ਜਦੋਂ ਇਹ ਕਹਿੰਦੇ ਨਾ ਕੰਪਿਊਟਰ ਇਜ਼ ਐਨ ਹਾਰਡਵੇयर डिवाइस, ਬਟ ਟੂ ਰਨ ਦਿਸ ਹਾਰਡਵੇयर ਸਾਨੂੰ ਕੀ ਰਿਕੁਆਇਰਡ ਹੁੰਦਾ, ਸਾਨੂੰ ਸੌਫਟਵੇयर ਰਿਕੁਆਇਰਡ ਹੁੰਦਾ। कंप्यूटर इज एन हार्डवेयर, इट्स अ हार्डवेयर डिवाइस। और इस हार्डवेयर डिवाइस ਨੂੰ ਰਨ ਕਰਨ ਲਈ ਸਾਨੂੰ ਕੀ ਰਿਕੁਆਇਰਡ ਹੁੰਦਾ ਹੈ, ਸਾਨੂੰ ਸੌਫਟਵੇयर ਰਿਕੁਆਇਰਡ ਹੁੰਦਾ ਹੈ। ਔਰ ਸਭ ਤੋਂ ਇੰਪੋਰਟੈਂਟ ਸੌਫਟਵੇयर ਜਿਹੜਾ ਕੰਪਿਊਟਰ ਦੀ ਫੰਕਸ਼ਨਿੰਗ ਲਈ ਰਿਕੁਆਇਰਡ ਹੁੰਦਾ ਹੈ, दैट इज ऑपरेटिंग सिस्टम। मैं ये लाइंस को बार-बार इसलिए रिपीट कर रहे हैं क्योंकि दीज लाइंस आर वेरी इंपॉर्टेंट। दैट कंप्यूटर इज ए मशीन, अगर मैं वर्ड यूज करा, कंप्यूटर इज ए मशीन हैविंग नो ब्रेन ऑफ इटसेल्फ। कंप्यूटर का अपना कोई ब्रेन नहीं है, एक मशीन है। इसਨੂੰ ऑपरेट किया जाता है with the help of operating system। ऑपरेटिंग सिस्टम का नाम ऑपरेटिंग सिस्टम क्यों है? इट इज ड्यू टू द फैक्ट दैट इस मशीन ਨੂੰ ऑपरेट किया जाता है with the help of operating system। ਹੁਣ ਅਗਰ ਜਦੋਂ ਅਸੀਂ ਕੰਪਿਊਟਰ ਦੀ ਅਸੈਂਬਲੀ ਤੇ ਆਉਂਦੇ ਹਾਂ, that how ਅਸੀਂ ਕੰਪਿਊਟਰ ਨੂੰ ਅਸੈਂਬਲ ਕਰਦੇ ਹਾਂ, ਕੀ ਇਹਦੇ ਕੰਪੋਨੈਂਟਸ। मैं ਤੁਹਾਨੂੰ एक प्रैक्टिकली गल दसा, चलो ਅਸੀਂ ਹਜੇ ਪ੍ਰੈਕਟੀਕਲਸ ਪਰਫਾਰਮ ਨਹੀਂ ਕਰ ਰਹੇ। अगर प्रैक्टिकली कंप्यूटर ਨੂੰ ਅਸੈਂਬਲ ਕਰਨਾ ਹੋਵੇ, ਬਣਾਉਣਾ ਹੋਵੇ, दैट्स ए मैक्सिमम 1 आवर जॉब। मैं ਅਸੈਂਬਲ ਕਰਨ ਦੀ ਗੱਲ ਕਰ ਰਿਹਾ। ਜਿਹੜਾ ਤੁਸੀਂ ਮਾਰਕੀਟ ਤੋਂ ਕੰਪਿਊਟਰ ਪਰਚੇਸ ਕਰਦੇ ਹੋ, ਕੈਬਿਨੇਟ ਜਿਹੜਾ ਹੁੰਦਾ ਰੈਡੀਮੇਡ ਮਿਲਦਾ ਹੈ, ਤੁਹਾਡਾ ਮੋਨੀਟਰ ਰੈਡੀਮੇਡ ਮਿਲਦਾ ਹੈ। ਜਸਟ ਉਹਦੇ ਕੁਝ ਕੰਪੋਨੈਂਟਸ ਹੈ, ਉਹਨਾਂ ਨੂੰ ਤੁਸੀਂ ਅਸੈਂਬਲ ਕਰਨਾ ਹੈ ਐਂਡ देयर आफ्टर ऑपरेटिंग सिस्टम लोड करना है। ऑपरेटिंग सिस्टम लोड करने च टाइम लगता है। मैं सिर्फ एक असेंबली की गल कर रहा हैं। हार्डवेयर कंपोनेंट्स ਨੂੰ ਇਕੱਠਾ ਕਰਕੇ ਇੱਕ ਕੰਪਿਊਟਰ ਨੂੰ ਬਣਾਉਣ ਦੇ ਲਈ ਕੋਈ ਬਹੁਤ ਵੱਡਾ ਟਾਈਮ ਨਹੀਂ ਲੱਗਦਾ। 1 ਆਵਰ ਦੇ ਵਿੱਚ ਇੱਕ ਕੰਪਿਊਟਰ ਅਸੈਂਬਲ ਹੋ ਜਾਂਦਾ। ਮੀਨਸ ਅਸੈਂਬਲ ਹੋਣ ਦਾ ਮਤਲਬ ਇਹ ਕੰਪਿਊਟਰ ਬਣ ਜਾਂਦਾ। ਸੋ ਮੇਜਰ ਪਾਰਟ ਆਫ ਦਾ ਕੰਪਿਊਟਰਸ ਕੀ ਹੈ? ਲੁੱਕ ਐਟ ਦਿਸ ਡਾਇਗਰਾਮ। ਇਹ ਡਾਇਗਰਾਮ ਦੇਖੋ। ਇਸ ਡਾਇਗਰਾਮ ਦੇ ਵਿੱਚ ਆ ਸਭ ਤੋਂ ਨੀਚੇ ਮੈਂ ਤੁਹਾਨੂੰ ਇਹੀ ਕਿਹਾ ਸੀ ਨਾ, ਇਹਨੂੰ ਅਸੀਂ ਆਮ ਤੌਰ ਤੇ ਇਸ ਮਾਡਲ ਨੂੰ ਮਿਨੀ ਟਾਵਰ ਮਾਡਲ ਕਹਿੰਦੇ। ਮਿਨੀ ਟਾਵਰ ਇਸ ਮਾਡਲ ਨੂੰ ਜਿਹੜਾ वर्टिकल आंदा है, साडे को लैब हॉरिजेंटल भी हैगा, वर्टिकल भी प्रोसेसर्स पीसीज अवेलेबल होंगे हैं। इस मॉडल ਨੂੰ ਅਸੀਂ मिनी टावर मॉडल कहने हैं। और इस मॉडल ਦੇ ਵਿੱਚ ਸਭ ਤੋਂ ਪਹਿਲਾਂ ਮੇਨ ਚੀਜ਼ ਦੇਖੋ, ਦਿਸ ਇਜ਼ ਇਹ ਪੂਰਾ ਦਾ ਪੂਰਾ ਇਹਨੂੰ ਅਸੀਂ ਕਹਿੰਦੇ हैं मदरबोर्ड, मेन बोर्ड और मदरबोर्ड। और इस ਦੇ ਵਿੱਚ ਆ ਦੇਖੋ दिस वन, दिस लुक एट दिस। मैं ਤੁਹਾਨੂੰ ਮਾਰਕ ਕਰਦਾ ਹਾਂ। आज जिस जगह पे मैं मार्क कर रहे हैं, इस जगह पे पावर केबल लगाने हैं। कंप्यूटर ਨੂੰ पावर सप्लाई इस जगह तो पावर सॉकेट टू कनेक्शन जाता है। और एक की पार्ट है, दिस पार्ट इज बीइंग कॉल्ड एज पावर सप्लाई पार्ट ऑफ द कंप्यूटर। अगर ਤੁਹਾਨੂੰ क्लियरली विजिबल हो रहा है, दिस पार्ट इज बीइंग कॉल्ड एज द पावर सप्लाई पार्ट ऑफ द कंप्यूटर। ए पावर सप्लाई पार्ट है, ठीक है। इसਨੂੰ ਅਸੀਂ कह देने हैं, दिस पार्ट is being called as SMPS, SMPS, switch mode power supply, SMPS। look at the, मैं तो लिख भी रहे हैं, this is being called as SMPS, switch mode power supply। मैं आज ਤੁਹਾਨੂੰ बेसिकली कंप्यूटर की असेंबली एक्सप्लेन कर रहे हैं।
इस असेंबली ਨੂੰ बड़े आराम ਨਾਲ सुनना, ਜੇ ਤੁਸੀਂ ਆਰਾਮ ਨਾਲ ਈਜ਼ੀਲੀ ਅੰਡਰਸਟੈਂਡ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਹਾਊ ਟੂ ਅਸੈਂਬਲ ਏ ਕੰਪਿਊਟਰ। ਸਭ ਤੋਂ ਪਹਿਲਾਂ ਸਾਡੇ ਕੋਲ ਕੀ ਅਵੇਲੇਬਲ ਹੁੰਦਾ ਹੈ, ਜਿਹੜਾ ਤੁਹਾਨੂੰ ਆ ਪੂਰਾ ਦਿਖ ਰਿਹਾ ਨਾ, ਲੁੱਕ ਐਟ ਦਿਸ ਵਨ ਹੋਲ ਪਾਰਟ, ਆ ਪੂਰਾ, ਇਹ ਪੂਰਾ ਦਾ ਪੂਰਾ ਖਾਲੀ ਹੁੰਦਾ ਹੈ, ਇਸ ਟਾਈਮ ਤਾਂ ਫਿਟਡ ਹੈ, ਇਸ ਡਾਇਗਰਾਮ ਤਾਂ ਫਿਟਡ ਹੈ, ਅਦਰਵਾਈਜ਼ ਇਹ ਖਾਲੀ ਤੁਹਾਨੂੰ ਮਾਰਕੀਟ 'ਚ ਅਵੇਲੇਬਲ ਹੁੰਦਾ ਹੈ, ਇਸ ਨੂੰ ਅਸੀਂ ਕਹਿੰਦੇ ਆ ਕੈਬਿਨੇਟ। ਦਿਸ ਇਜ਼ ਬੀਇੰਗ ਕਾਲਡ ਐਜ਼ ਕੈਬਿਨੇਟ। ਕੈਬਿਨੇਟ ਦੇ ਵਿੱਚ ਨਾ ਮਦਰਬੋਰਡ ਲੱਗਾ ਹੁੰਦਾ ਹੈ, ਨਾ ਪਾਵਰ ਸਪਲਾਈ ਲੱਗੀ ਹੁੰਦੀ ਹੈ, ਨਾ ਕੁਝ ਡਰਾਈਵਸ ਲੱਗੀਆਂ ਹੁੰਦੀਆਂ, ਬਾਕੀ ਦਾ ਜਿਹੜਾ ਸਟਰਕਚਰ ਹੈ ਇਹ ਇਦਾਂ ਦਾ ਇਦਾਂ ਹੀ ਇੰਟੈਕਟ ਹੁੰਦਾ ਹੈ। ਸਭ ਤੋਂ ਪਹਿਲਾਂ ਜਦੋਂ ਸਾਡੇ ਕੋਲ ਕੈਬਿਨੇਟ ਆਂਦਾ ਹੈ, ਕੈਬਿਨੇਟ ਦੇ ਵਿੱਚ ਅਸੀਂ ਪਾਵਰ ਸਪਲਾਈ ਫਿਟ ਕਰਦੇ ਹਾਂ, ਸਵਿਚ ਮੋਡ ਪਾਵਰ ਸਪਲਾਈ, that is being called as SMP। ਕਿੱਦਾਂ ਫਿਟ ਕਰਨੀ, ਸਕਰੂ ਲਗਾਣੇ ਹੈ, ਫਿਟ ਕਿੱਦਾਂ ਕਰਨੀ ਹੈ, ਸਲੋਟ ਬਣਿਆ ਹੋਇਆ ਹੈ, ਇੱਕ ਸਕਰੂ, ਦੋ ਸਕਰੂ, ਤਿੰਨ ਸਕਰੂ, ਚਾਰ ਸਕਰੂ, ਸਾਈਡ से ਸਕਰੂ ਫਿਟ ਕਰਕੇ ਇਹਨੂੰ ਟਾਈਟ ਕਰ ਦੇਣਾ, ਸਵਿਚ ਮੋਡ ਪਾਵਰ ਸਪਲਾਈ ਫਿਟ ਹੋ ਗਈ। ਅਗਰ ਮੈਂ ਮਦਰਬੋਰਡ ਨੂੰ ਵੀ ਫਿਟ ਕਰਨਾ ਹੈ, ਮਦਰਬੋਰਡ ਦੇ ਵੀ ਬਾਟਮ ਤੇ ਸਕਰੂਜ਼ ਲੱਗੇ ਹੋਏ ਹੈ, ਸਕਰੂਜ਼ ਲਗਾ ਕੇ ਮੈਂ ਇਸ ਕੈਬਿਨੇਟ 'ਚ ਉਹਨੂੰ ਫਿਟ ਕਰਨਾ ਹੈ। ਅਸੈਂਬਲੀ ਦਾ ਮਤਲਬ ਹੁੰਦਾ ਜੋੜਨਾ, ਫਿਟ ਕਰਨਾ। ਕੰਪਿਊਟਰ ਦੇਖੋ, ਅਗਰ ਮੈਂ ਟੈਕਨੀਕਲ ਟਰਮ 'ਚ ਗੱਲ ਕਰਾਂ, ਤੁਸੀਂ ਕਹੋਗੇ ਸਰ ਇੰਨਾ ਕੰਪਿਊਟਰ ਆਸਾਨ ਹੈ ਬਣਾਉਣਾ, ਇੰਨਾ ਆਸਾਨ ਨਹੀਂ ਹੈ। ਮਦਰਬੋਰਡ ਬਣਾਉਣਾ ਇਜ਼ ਵੈਰੀ ਡਿਫਿਕਲਟ, ਪ੍ਰੋਸੈਸਰ ਇਜ਼ ਨॉट ਈਜ਼ੀ ਟੂ ਮੇਕ। ਲੇਕਿਨ ਇੰਡੀਆ 'ਚ ਕੀ ਕੰਮ ਹੁੰਦਾ ਹੈ, ਨਾ ਅਸੀਂ ਮਦਰਬੋਰਡ ਬਣਾਉਂਦੇ ਹਾਂ, ਨਾ ਅਸੀਂ ਪ੍ਰੋਸੈਸਰ ਬਣਾਉਂਦੇ ਹਾਂ, ਸਾਡੇ ਕੋਲ ਹਰ ਚੀਜ਼ ਰੈਡੀਮੇਡ ਆਉਂਦੀ ਹੈ, ਅਸੀਂ ਉਹਨੂੰ ਜੋੜਦੇ ਹਾਂ। that is what the assembly is। ਜਿੰਨੇ ਜਿੱਥੋਂ ਵੀ ਤੁਸੀਂ ਕੰਪਿਊਟਰ ਪਰਚੇਸ ਕਰਦੇ ਹੋ ਜਾਂ ਲੈ ਕੇ ਆਉਂਦੇ ਹੋ, ਜਾਂ ਤੁਹਾਡੀ ਕੋਈ ਵੀ ਰਿਪੇਅਰ ਕਰਦਾ ਹੈ, ਉਹ ਸਾਰੇ ਦੇ ਸਾਰੇ ਰੈਡੀਮੇਡ ਪਾਰਟਸ ਲਿਆ ਕੇ ਹੀ ਬਦਲਦੇ ਆ ਜਾਂ ਅਸੈਂਬਲ ਕਰਕੇ ਦਿੰਦੇ ਆ ਤੁਹਾਨੂੰ, ਕਿਉਂਕਿ ਰੈਡੀਮੇਡ ਪਾਰਟਸ ਅਵੇਲੇਬਲ ਹੈ ਮਾਰਕੀਟ 'ਚ, ਉਹਨਾਂ ਨੂੰ ਲਓ, ਜੋੜੋ, ਕੰਪਿਊਟਰ ਇਜ਼ ਰੈਡੀ। ਤੁਹਾਡੇ ਕੋਲ ਖਾਲੀ ਕੈਬਿਨੇਟ ਅਵੇਲੇਬਲ ਹੈ, ਕੈਬਿਨੇਟ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਫਿਟ ਕਰਾਂਗੇ, ਅਸੀਂ ਫਿਟ ਕਰਾਂਗੇ SMP ਸਵਿਚ ਮੋਡ ਪਾਵਰ ਸਪਲਾਈ। ਕੰਪਿਊਟਰ ਤੁਸੀਂ ਡਿਜੀਟਲ ਇਲੈਕਟ੍ਰੋਨਿਕਸ ਪੜ੍ਹਿਆ, ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਤੁਹਾਨੂੰ 5 ਵੋਲਟ ਐਂਡ 12 ਵੋਲਟ ਦਾ ਕਨਸੈਪਟ ਸਮਝ ਆ ਗਿਆ ਹੋਣਾ, ਦੈਟ ਆਮ ਤੌਰ ਤੇ ਇਲੈਕਟ੍ਰੋਨਿਕ ਡਿਵਾਈਸਸ 5 ਵੋਲਟ ਜਾਂ 12 ਵੋਲਟ ਡੀਸੀ ਤੇ ਆਪਰੇਟ ਕਰਦੇ, ਡੀਸੀ, ਇਟਸ ਨਾਟ AC, ਇਟ ਇਜ਼ DC, डायरेक्ट करंट। जितने भी इलेक्ट्रॉनिक डिवाइसेस हैं, मोस्टली इलेक्ट्रॉनिक डिवाइसेस ऑपरेट एट +5 वोल्ट एंड +12 वोल्ट DC, डायरेक्ट करंट। लेकिन चोरी आ पावर केबल है, ये पावर केबल ਤੁਹਾਡੀ ਪਾਵਰ ਸੌਕਟ ਨਾਲ ਕਨੈਕਟਡ ਹੁੰਦੀ ਹੈ, ਔਰ ਸੌਕਟ ਤੋਂ ਸਾਨੂੰ ਸਪਲਾਈ, ਡੋਮੈਸਟਿਕ ਸਪਲਾਈ ਜਾਂ ਕਮਰਸ਼ੀਅਲ ਸਪਲਾਈ 220 ਵੋਲਟ AC ਆਂਦੀ ਹੈ। ਬੇਸਿਕ ਇਲੈਕਟ੍ਰੀਕਲ ਇੰਜੀਨੀਅਰਿੰਗ ਤੁਸੀਂ ਇਹ ਚੀਜ਼ਾਂ ਨੂੰ ਜ਼ਰੂਰ ਅੰਡਰਸਟੈਂਡ ਕੀਤਾ ਹੋਣਾ ਹੈ, that 220 ਵੋਲਟ AC ਜਿਹੜੀ ਕਿ ਸਾਡੇ ਘਰ ਵਿੱਚ ਪਾਵਰ ਸਪਲਾਈ ਆਂਦੀ ਹੈ, ਜਿਹੜੀ ਕਿ ਤੁਹਾਡੇ ਕਾਲਜ ਆਂਦੀ ਹੈ, ਹਰ ਜਗ੍ਹਾ ਤੇ ਜੋ ਇੰਡੀਆ ਦੇ ਵਿੱਚ ਪਾਵਰ ਸਪਲਾਈ ਆਂਦੀ ਹੈ, that is 220 ਵੋਲਟ AC। ਲੇਕਿਨ ਇਹ ਜਿਹੜਾ ਮਦਰਬੋਰਡ ਹੈ, ਇਹ ਜਿਹੜੇ ਡਿਵਾਈਸਸ ਹੈ, these operate at +5 volt or +12 volt DC। Now look, वही चीज, this is the thing that I am going to write, ਇਹ ਮੈਂ ਚੀਜ਼ ਤੁਹਾਨੂੰ ਲਿਖ ਰਿਹਾ ਸਾਹਮਣੇ ਸਕਰੀਨ ਤੇ, 220 ਵੋਲਟ AC, ਇਹ ਤੁਹਾਨੂੰ ਪਾਵਰ ਸਪਲਾਈ ਆਂਦੀ ਹੈ, ਲੇਕਿਨ 5 और 12 वोल्ट DC, 220 वोल्ट AC ਤੁਹਾਨੂੰ ਪਾਵਰ ਸਪਲਾਈ ਆਂਦੀ ਹੈ, ਠੀਕ ਹੈ। ਲੇਕਿਨ ਤੁਹਾਡੇ ਜਿਹੜੇ ਕੰਪਿਊਟਰ ਦੇ ਡਿਵਾਈਸਸ ਹੈ ਜਾਂ ਕੰਪਿਊਟਰ ਦੇ ਪਾਰਟਸ ਹੈ, ਦੇ ਬੇਸਿਕਲੀ ਆਪਰੇਟ ਐਟ 5 ਵੋਲਟ ਜਾਂ 12 ਵੋਲਟ DC, direct current। How is it possible? This is possible with the help of SMPS, switch mode power supply। This is possible with the help of this SMPS। SMPS ਕੀ ਕਰਦੀ ਹੈ, ਇਹਨੂੰ ਇਨਪੁਟ ਕਿੰਨੀ ਆਂਦੀ ਹੈ,
220 ਵੋਲਟ। ਇਹ ਐਸਐਮਪੀਐਸ ਉਸ 220 ਵੋਲਟ ਨੂੰ 5 ਵੋਲਟ ਤੇ 12 ਵੋਲਟ ਦੇ ਵਿੱਚ ਕਨਵਰਟ ਕਰਦੀ ਹੈ ਫਰੋਮ ਏਸੀ ਟੂ ਡੀਸੀ। ਅਗਰ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਤਾਂ ਮੈਂ ਤੁਹਾਨੂੰ ਜਿਹੜੀ ਚੀਜ਼ ਫੇਰ ਐਕਸਪਲੇਨ ਕਰ ਰਿਹਾ ਹਾਂ। ਐਸਐਮਪੀਐਸ ਦਾ ਰੋਲ ਕੀ ਹੈ? ਜਿਹੜੀ ਐਸਐਮਪੀਐਸ ਹੈ ਇਸ ਨੂੰ 220 ਵੋਲਟ ਏਸੀ ਪਾਵਰ ਸਪਲਾਈ ਆਂਦੀ ਹੈ ਔਰ ਇਹ ਐਸਐਮਪੀਐਸ ਉਸ ਪਾਵਰ ਸਪਲਾਈ ਨੂੰ ਕਨਵਰਟ ਕਰਦੀ ਹੈ ਡੀਸੀ ਚ ਪਲੱਸ 5 ਵੋਲਟ ਐਂਡ ਪਲੱਸ 12 ਵੋਲਟ। ਔਰ ਅਗਰ ਤੁਸੀਂ ਡਾਇਗਰਾਮ ਨੂੰ ਧਿਆਨ ਨਾਲ ਦੇਖੋ, ਇਸ ਡਾਇਗਰਾਮ ਨੂੰ ਕਲੀਅਰਲੀ ਦੇਖੋ, ਦੈਨ ਇਸ ਪਾਵਰ ਸਪਲਾਈ ਦੇ ਵਿੱਚ ਇਸ ਪਾਵਰ ਸਪਲਾਈ ਤੋਂ ਕਾਫੀ ਵਾਇਰਸ ਜਾ ਰਹੀ हैं। आप एसएमपीएस है आ जी है ना वायर्स, दीज ऑल द वायर्स ਜਿਹੜੀਆਂ ਕਿ एसएमपीएस ਤੋਂ ਨਿਕਲਦੀਆਂ ਪਈਆਂ। all the wires ਆ एसएमपीएस ਨੂੰ ਇੱਥੋਂ ਪਾਵਰ ਸਪਲਾਈ ਆਈ, एसएमपीएस ਤੋਂ ਸਪਲਾਈ ਅੱਗੇ ਨਿਕਲਣੀ ਹੈ ਥਰੂ these wires ਔਰ ਇਹ ਵਾਇਰ ਤੁਹਾਡੇ ਕੀ ਨਾਮ ਹੈ ਸੀਡੀ ਰੋਮ ਡਰਾਈਵ ਨੂੰ ਵੀ ਕਨੈਕਟਡ ਹੈ, ਫਲੋਪੀ ਡਰਾਈਵ ਨੂੰ ਵੀ ਕਨੈਕਟਡ ਹੈ, ਹਾਰਡ ਡਿਸਕ ਨੂੰ ਵੀ ਕਨੈਕਟਡ ਹੈ, ਮਦਰਬੋਰਡ ਤੇ ਵੀ ਕਨੈਕਟਡ ਹੈ। ਜਿੰਨੇ ਡਿਵਾਈਸਿਸ ਤੁਹਾਡੇ ਕੰਪਿਊਟਰ 'ਚ ਹੋਊਗੇ ਤੁਹਾਡੇ ਸਾਰਿਆਂ ਨਾਲ ਐਸਐਮਪੀਐਸ ਤੋਂ ਆ ਰਹੀ ਸਪਲਾਈ ਕਨੈਕਟਡ ਹੈ, ਜਿਹੜੀ ਕਿ +5 ਵੋਲਟ ਐਂਡ +12 ਵੋਲਟ ਹੈ। ਮਦਰਬੋਰਡ ਤੇ ਵੀ ਉਹੀ ਸਪਲਾਈ ਜਾਣੀ ਹੈ, ਤੁਹਾਡੇ ਹਾਰਡ ਡਿਸਕ ਤੇ ਵੀ ਉਹੀ ਸਪਲਾਈ ਜਾਣੀ ਹੈ, ਤੁਹਾਡੇ ਫਲੋਪੀ ਡਿਸਕ ਡਰਾਈਵ ਤੇ ਵੀ ਉਹੀ ਸਪਲਾਈ ਜਾਣੀ ਹੈ, ਤੁਹਾਡੇ ਸੀਡੀ ਡੀਵੀਡੀ ਰੋਮ ਤੇ ਵੀ ਉਹੀ ਸਪਲਾਈ। ਸੋ ਕੰਪਿਊਟਰ ਅਸੈਂਬਲੀ 'ਚ ਸਭ ਤੋਂ ਪਹਿਲਾ ਕੰਮ ਕੀ ਕੀਤਾ ਜਾਂਦਾ? ਖਾਲੀ ਕੈਬਿਨੇਟ 'ਚ ਅਸੀਂ ਪਾਵਰ ਸਪਲਾਈ, ਉਸ ਤੋਂ ਬਾਅਦ ਅਸੀਂ ਇਸ ਮਦਰਬੋਰਡ ਨੂੰ ਮੇਨ ਬੋਰਡ ਨੂੰ ਫਿਟ ਕਰ ਦਿੰਦੇ ਆ ਥਰੂ ਵਿਦ ਦੀ ਹੈਲਪ ਆਫ ਸਕਰੂਜ਼। ਆ ਦੇਖੋ ਆ ਸੀਡੀ ਰੋਮ ਡਰਾਈਵ ਹੈ, ਇਹਨੂੰ ਹਾਰਡ ਡਿਸਕ ਲਿਖਿਆ ਹੈ, ਹਾਰਡ ਡਿਸਕ ਨਹੀਂ ਹੈ, ਹਾਰਡ ਡਿਸਕ ਇਹ ਵਾਲੀ ਹੈ, ਲੁੱਕ ਐਟ ਦਿਸ वन, ਇਹ ਹਾਰਡ ਡਿਸਕ ਹੈ। ਮੈਂ ਤੁਹਾਨੂੰ ਅਗਰ this one is hard disk, this one is CD ROM, ਠੀਕ ਹੈ। ਤੇ ਫਲੋਪੀ ਡਰਾਈਵ ਛੋਟੇ ਸਾਈਜ਼ ਦੀ ਹੁੰਦੀ ਹੈ, ਉਹ ਮੋਸਟ ਪ੍ਰੋਬਬਲੀ ਇੱਥੇ ਫਿਟਡ ਨਹੀਂ ਹੈ, ਠੀਕ ਹੈ। ਐਂਡ ਇੱਕ ਚੀਜ਼ ਹੋਰ ਨੋਟ ਕਰਿਓ, ਇਹਦੇ ਵਿੱਚ ਇੱਕ ਤਾਂ ਪਾਵਰ ਸਪਲਾਈ ਦੀ ਤਾਰ ਹੈ, ਠੀਕ ਹੈ। ਦੂਸਰੀਆਂ ਤਾਰਾਂ ਕਿਹੜੀਆਂ ਅਵੇਲੇਬਲ ਹੈ? ਦੂਸਰੀਆਂ ਤਾਰਾਂ ਇਹ ਅਵੇਲੇਬਲ ਹੈ, ਆ ਦੇਖੋ ਆ ਰਿਬਨਸ ਵਾਈਟ ਕਲਰ ਦੇ ਵਾਇਰਸ ਐਂਡ ਰਿਬਨ ਕੇਬਲਸ, ਜਿਹੜੀਆਂ ਕਿ ਕੰਪਿਊਟਰ ਦੇ ਵਿੱਚ ਆ ਪਾਵਰ ਸਪਲਾਈ ਲਈ ਹੈ। ਦਿਸ ਇਜ਼ ਪਾਵਰ ਸਪਲਾਈ ਕੇਬਲ, this cable is for data transfer, ਜਿਹੜੀ ribbons ਹੈ ਜਾਂ cables ਹੈ, this cable is for data transfer। ਮੈਂ ਤੁਹਾਨੂੰ ਇੱਕ ਜਨਰਲ ਓਵਰਵਿਊ ਦੇ ਰਿਹਾ ਇੱਕ ਕੰਪਿਊਟਰ ਦੇ ਵਿੱਚ ਕੀ ਕੀ ਅਵੇਲੇਬਲ ਹੁੰਦਾ ਹੈ। ਅਗਰ ਤੁਸੀਂ ਕਹੋਗੇ ਤਾਂ ਮੈਂ ਪ੍ਰੈਕਟੀਕਲੀ ਓਪਨ ਅਪ ਕਰਕੇ ਵੀ ਦਿਖਾ ਦਾਂਗਾ। that ਕੰਪਿਊਟਰ 'ਚ ਪਾਵਰ ਸਪਲਾਈ ਹੁੰਦੀ ਹੈ, ਵੇ ਕੱਟ ਮਦਰਬੋਰਡ, ਮਦਰਬੋਰਡ ਤੋਂ ਇਲਾਵਾ ਦੇਖੋ ਸਾਡੇ ਕੋਲ ਡਿਫਰੈਂਟ ਕਾਰਡਸ, ਮੈਂ ਜਿਹੜਾ ਕਾਰਡਸ ਦੀ ਗੱਲ ਕਰ ਰਿਹਾ ਸੀ ਨਾ, ਆਹ ਦੇਖੋ ਸਾਰੇ ਕਾਰਡਸ ਇੱਥੇ ਫਿਟਡ ਹੈ। ਦੈਨ ਸਾਡੇ ਕੋਲ ਹਾਰਡ ਡਿਸਕ ਡਰਾਈਵ ਹੈ, ਦੈਨ ਸਾਡੇ ਕੋਲ CD ਡਰਾਈਵ ਹੈ ਜਾਂ DVD ਡਰਾਈਵ ਹੈ, ਦੈਨ ਸਾਡੇ ਕੋਲ ਫਲੋਪੀ ਡਰਾਈਵ ਹੈ, ਦੈਨ ਵਾਇਰਸ ਐਂਡ ਕੇਬਲਸ ਜਿੰਨੀਆਂ ਵੀ ਅਸੀਂ ਯੂਜ਼ ਕਰਦੇ। These are all the parts of assembly of a computer। ਕੰਪਿਊਟਰ ਦੀ ਇੱਕ ਅਸੈਂਬਲੀ ਦੇ ਇਹ ਸਾਰੇ ਦੇ ਸਾਰੇ ਪਾਰਟਸ। Though the most important part of any PC is motherboard। motherboard 'ਚ ਕੀ ਕੀ ਅਵੇਲੇਬਲ ਹੁੰਦਾ? ਪ੍ਰੋਸੈਸਰ ਚਿਪ, ਮਾਈਕਰੋ ਪ੍ਰੋਸੈਸਰ ਜਿਹਨੂੰ ਅਸੀਂ ਕਹਿੰਦੇ, ਮੈਮਰੀ, ਰੈਮ, ਪ੍ਰਾਇਮਰੀ ਮੈਮਰੀ, ਰੈਮ ਉਹ ਵੀ ਮਦਰਬੋਰਡ ਤੇ ਹੁੰਦੀ ਹੈ। ਚਿਪਸ ਦੈਟ ਹੈਂਡਲ ਇਨਪੁਟ ਆਊਟਪੁੱਟ, ਤੁਹਾਡੇ USB ਪੋਰਟ, USB ਪੋਰਟ ਵੀ ਤਾਂ ਮਦਰਬੋਰਡ ਤੇ ਲੱਗੇ ਹੁੰਦੇ ਆ। ਔਰ ਐਕਸਪੈਂਸ਼ਨ ਸਲੋਟਸ ਜਿੱਥੇ ਅਸੀਂ ਡਿਫਰੈਂਟ ਐਡ ਔਨ ਕਾਰਡਸ ਲਗਾਉਂਦੇ ਹਾਂ, ਲਾਈਕ ਵੀਡੀਓ ਕਾਰਡ, ਲਾਈਕ ਸਾਊਂਡ ਕਾਰਡ, ਹੋਰ ਜਿਹੜੀ ਆਈਟਮਸ ਹੈ। ਮੈਂ ਸ਼ਾਇਦ ਤੁਹਾਡੇ ਨਾਲ ਵੀਡੀਓ ਕਾਰਡ ਦੇ ਕੰਟੈਕਸਟ ਗੱਲ ਕੀਤੀ ਸੀ, ਦੈਟ ਵੀਡੀਓ ਕਾਰਡ ਦੀ ਤੁਹਾਨੂੰ ਸ਼ਕਲ ਵੀ ਦਿਖਾਈ ਸੀ, ਉਹ ਮਦਰਬੋਰਡ ਤੇ ਜਾ ਕੇ ਫਿੱਟ ਹੁੰਦਾ। ਕੱਲਾ ਵੀਡੀਓ ਕਾਰਡ ਨਹੀਂ ਹੈ, ਤੁਹਾਡੇ ਕੰਪਿਊਟਰ ਤੋਂ ਆਵਾਜ਼ ਮਿਊਜ਼ਿਕ ਕਿੱਦਾਂ ਆਉਂਦਾ? ਮਦਰਬੋਰਡ ਦੇ ਨਾਲ ਨਹੀਂ ਆਉਂਦਾ। We do require a sound card,
ਜੇ ਤੁਸੀਂ ਵੀਡੀਓ ਕਾਰਡ ਦੇ ਥਰੂ ਵੀਡੀਓ ਆਉਂਦਾ ਹੈ ਤਾਂ ਆਡੀਓ ਲਈ ਇੱਕ ਸਾਊਂਡ ਕਾਰਡ ਹੁੰਦਾ ਹੈ। ਉਸ ਸਾਊਂਡ ਕਾਰਡ ਨੂੰ ਵੀ ਸਾਨੂੰ ਉਹਦੇ ਵਿੱਚ ਸਲੋਟ ਦੇ ਵਿੱਚ ਫਿੱਟ ਕਰਨਾ ਪੈਂਦਾ ਹੈ ਔਰ ਉਹ ਸਾਊਂਡ ਕਾਰਡ ਦੇ ਬੈਕ ਸਾਈਡ ਤੇ ਹੀ, ਜਿਸ ਤਰ੍ਹਾਂ ਮੈਂ ਹੁਣ ਇਸ ਟਾਈਮ ਹੈਡਫੋਨ ਲਗਾਇਆ ਹੋਇਆ ਹੈ, ਇਹ ਹੈਡਫੋਨ ਦਾ ਜਿਹੜਾ ਕਨੈਕਟਰ ਹੈ ਇਹ ਸਾਊਂਡ ਕਾਰਡ ਦੀ ਬੈਕ ਸਾਈਡ ਤੇ ਹੁੰਦਾ ਹੈ। ਅਗਰ ਮੇਰੇ ਇਸ ਲੈਪਟਾਪ ਦੇ ਵਿੱਚ ਸਾਊਂਡ ਕਾਰਡ ਅਵੇਲੇਬਲ ਨਹੀਂ ਹੈ ਤਾਂ ਮੈਂ ਤੁਹਾਡੇ ਨਾਲ ਕਮਿਊਨੀਕੇਟ ਹੀ ਨਹੀਂ ਕਰ ਸਕਦਾ। ਦੈਟ ਮੀਨਸ ਦੈਟ ਕੰਪਿਊਟਰ ਇਜ਼ ਨਾਟ ਅ ਮਲਟੀਮੀਡੀਆ ਕੰਪਿਊਟਰ। ਮਲਟੀਮੀਡੀਆ ਕੰਪਿਊਟਰ ਉਹੀ ਹੈ ਜਿੱਥੇ ਆਡੀਓ ਐਂਡ ਵੀਡੀਓ ਟਰਾਂਸਮਿਸ਼ਨ ਹੁੰਦੀ ਹੈ। ਮੈਂ ਹੁਣ ਬੈਠਾ ਬੈਠਾ ਤੇ ਗਾਣੇ ਵੀ ਸੁਣ ਸਕਦਾ ਹੈ। ਇਹ ਜਿਹੜਾ ਕਨੈਕਟਰ ਲੱਗਿਆ ਹੈ, ਦਿਸ ਕਨੈਕਟਰ ਇਜ਼ ਕਨੈਕਟਡ ਵਿਦ ਦ ਸਾਊਂਡ ਕਾਰਡ सॉकेट। और कुछ some chips are soldered onto motherboard और कुछ removable chips भी उथे available ਹੁੰਦੇ ਆ। ਪਰ ਸਭ ਤੋਂ ਇੰਪੋਰਟੈਂਟ ਚਿਪ ਕੀ ਹੈ? ਸਭ ਤੋਂ ਇੰਪੋਰਟੈਂਟ ਚਿਪ ਜਿਹੜੀ ਹੈ ਨਾ, ਆਮ ਤੌਰ ਤੇ ਸਭ ਤੋਂ ਇੰਪੋਰਟੈਂਟ ਚਿਪ ਇਸ ਛੋਟੇ ਜਿਹੇ ਸਾਈਜ਼ ਦੀ ਚਿਪ ਹੁੰਦੀ ਹੈ। चिप्स है कि ये बेसिकली इंटीग्रेटेड सर्किट है। वायर्स भी है, कैपेसिटर्स भी है, रजिस्टर्स भी है, ट्रांजिस्टर्स भी है। ਤੁਸੀਂ BEE ਦੇ ਵਿੱਚ ਟ੍ਰਾਂजिस्टर्स ਵੀ ਪੜ੍ਹੇ ਹੋਣੇ ਹੈ, कैपेसिटर्स ਵੀ ਪੜ੍ਹੇ ਹੋਣੇ ਹੈ, ਰजिस्टर्स ਵੀ ਪੜ੍ਹੇ ਹੋਣੇ ਹੈ। ਸਾਰੇ ਦੇ ਸਾਰੇ ਮਦਰਬੋਰਡ ਦੇ ਉੱਪਰ ਫੈਬਰੀਕੇਟ ਕੀਤੇ ਜਾਂਦੇ ਹੈ, ਸਾਰੇ ਦੇ ਸਾਰੇ ਮਦਰਬੋਰਡ ਦੇ ਉੱਪਰ ਫਿੱਟ ਕੀਤੇ ਜਾਂਦੇ। ਇਹ ਹੁਣ ਧਿਆਨ ਨਾਲ ਦੇਖੋ ਮਦਰਬੋਰਡ ਦਾ ਡਾਇਗਰਾਮ, ਉੱਥੇ ਇੰਨਾ ਕਲੀਅਰ ਨਹੀਂ ਸੀ। ਮੈਂ ਤੁਹਾਨੂੰ 2-3 ਡਾਇਗਰਾਮ ਤੁਹਾਨੂੰ ਦਿਖਾਉਂਗਾ ਜਿੱਥੇ ਤੁਹਾਨੂੰ ਮਦਰਬੋਰਡ ਬਹੁਤ ਕਲੀਅਰ ਹੋਏਗਾ। ਲੁੱਕ ਐਟ ਦਿਸ ਵਨ। ਇਹ ਬੇਸਿਕਲੀ ਇਹਨਾਂ ਨੇ ਪ੍ਰੋਸੈਸਰ ਲਗਾਇਆ ਹੈ, ਇਹ ਦਿਸ ਵਨ। ਪਰ ਪ੍ਰੋਸੈਸਰ ਕੁਝ ਮਦਰਬੋਰਡਸ ਇਦਾਂ ਲੱਗਦਾ ਹੈ, ਪਰ ਆਮ ਮਦਰਬੋਰਡ ਦੇ ਵਿੱਚ ਪ੍ਰੋਸੈਸਰ ਇਸ ਵੇ ਨਾਲ ਲੱਗਦਾ। ਲੁੱਕ ਐਟ ਦਿਸ, ਇਹ ਪੂਰਾ ਸਲੋਟ ਹੈ। ਦਿਸ ਇਜ਼ ਅ ਫੁੱਲ ਸਲੋਟ। ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੈ ਪੂਰਾ ਕਿ ਨਹੀਂ? ਇਫ ਯੂ ਆਰ ਗੈਟਿੰਗ ਇਟ, ਮੈਂ ਤੁਹਾਨੂੰ ਥੋੜਾ ਵਿਜ਼ੀਬਲ ਹੋ ਰਿਹਾ ਤੁਹਾਨੂੰ ਕਲਰ? ਇਫ ਦਿਸ ਕਲਰ ਇਜ਼ ਵਿਜ਼ੀਬਲ ਦੈਨ ਮੈਂ ਅਦਰਵਾਈਜ਼ ਕਲਰ ਚੇਂਜ ਕਰਾਂ। ਲੁੱਕ ਐਟ ਦਿਸ ਵਨ। ਆ ਜਿਹੜਾ ਸਲੋਟ ਹੈ ਨਾ, ਜਿੱਥੇ ਮੈਂ ਡਾਇਗਰਾਮ ਜਿੱਥੇ ਮੈਂ ਲਗਾ ਰਿਹਾ, ਇਸ ਜਗ੍ਹਾ ਤੇ ਮਾਈਕਰੋ ਪ੍ਰੋਸੈਸਰ ਫਿੱਟ ਹੁੰਦਾ ਹੈ, ਤੁਹਾਡਾ ਪ੍ਰੋਸੈਸਰ ਫਿੱਟ ਹੁੰਦਾ ਹੈ। ਦਿਸ ਇਜ਼ ਦਾ ਪ੍ਰੋਸੈਸਰ ਸਲੋਟ। ਮਦਰਬੋਰਡ ਨੇ ਐਸ ਸੱਚ ਇਦਾਂ ਹੀ ਜਾ ਕੇ ਫਿੱਟ ਹੋ ਜਾਣਾ ਹੈ। ਮਦਰਬੋਰਡ ਨੇ ਐਸ ਸੱਚ ਇਦਾਂ ਹੀ ਜਾ ਕੇ ਸਕਰੂਸ ਨਾਲ ਫਿੱਟ ਹੋਣਾ ਹੈ। ਔਰ ਸਭ ਤੋਂ ਪਹਿਲਾਂ ਮਦਰਬੋਰਡ ਤੇ ਅਸੀਂ ਇੱਥੇ ਮਾਈਕਰੋ ਪ੍ਰੋਸੈਸਰ ਫਿੱਟ ਕਰਦੇ ਹਾਂ। ਠੀਕ ਹੈ, ਮੈਂ ਮਦਰਬੋਰਡ ਦੀ ਜਿਹੜੀ ਡਾਇਗਰਾਮ ਲੈ ਰਿਹਾ, ਲੁੱਕ ਐਟ ਦਿਸ ਡਾਇਗਰਾਮ। ਇਸ ਡਾਇਗਰਾਮ 'ਚ ਕਈ ਚੀਜ਼ਾਂ ਚੇਂਜ ਕਰਾਂਗਾ ਤੇ ਚੀਜ਼ਾਂ ਤੁਹਾਨੂੰ ਦੱਸੂਗਾ ਸੋ ਦੈਟ ਤੁਹਾਨੂੰ ਈਜ਼ੀਲੀ ਅੰਡਰਸਟੈਂਡ ਹੋ ਜਾਏ। ਇਹ ਪ੍ਰੋਸੈਸਰ ਕੁਛ ਇੱਕ ਪ੍ਰੋਸੈਸਰਸ ਆਏ ਸੀ, ਉਹ ਇਦਾਂ ਦੇ ਫਿੱਟ ਹੁੰਦੇ ਸੀ, ਅਦਰਵਾਈਜ਼ ਪ੍ਰੋਸੈਸਰ ਇਦਾਂ ਫਿੱਟ ਨਹੀਂ ਹੁੰਦੇ। ਪ੍ਰੋਸੈਸਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਸ ਵੇ ਨਾਲ ਫਿੱਟ ਹੁੰਦੇ ਆ। ਇਹ ਰੈਮ ਚਿਪਸ ਹੈ। ਅਗਰ ਇੱਥੋਂ ਹੋਰ ਡਿਟੇਲ ਦੇਖਣਾ ਚਾਹੁੰਦੇ ਹੋ ਤਾਂ ਲੁੱਕ ਐਟ ਦਿਸ ਵਨ। ਇੱਕ ਮਿੰਟ, ਰੈਮ ਇਹੀ ਹੈ, ਇਹੀ ਡਿਟੇਲ ਹੈ। ਆ ਰੈਮ ਦੀਆਂ ਚਿਪਸ ਅਵੇਲੇਬਲ ਹੈ। ਠੀਕ ਹੈ, ਇਹ ਤੁਹਾਡੇ ਐਕਸਪੈਂਸ਼ਨ ਸਲੋਟਸ ਹੈ। ਐਕਸਪੈਂਸ਼ਨ ਸਲੋਟਸ ਤੁਸੀਂ ਧਿਆਨ ਨਾਲ ਦੇਖਿਓ, ਬਲੈਕ ਕਲਰ ਦੇ ਵੀ ਹੈ, ਵਾਈਟ ਕਲਰ ਦੇ ਵੀ। ਦੋ ਟਾइप ਦੇ एक्सपेंशन स्लॉट्स है। कुछ वाइट कलर ਦੇ एक्सपेंशन स्लॉट्स है, कुछ ब्लैक कलर ਦੇ एक्सपेंशन स्लॉट्स है। ਜਿਹੜੇ ਵਾਈਟ ਕਲਰ ਦੇ एक्सपेंशन स्लॉट्स है ਉਹ ਛੋਟੇ ਹੈ ਤੇ ਜਿਹੜੇ ਬਲੈਕ ਕਲਰ ਦੇ एक्सपेंशन स्लॉट्स है ਉਹ ਵੱਡੇ ਹੈ। ਜਿਹੜੇ ਛੋਟੇ ਸਲੋਟਸ ਹੈ ਉਹ ਅੱਜਕੱਲ ਦੇ ਕਾਫੀ ਲੇਟੈਸਟ ਸਲੋਟਸ ਹੈ, ਉਹਨਾਂ ਨੂੰ ਅਸੀਂ ਕਹਿੰਦੇ ਆ PCI ਸਲੋਟਸ। ਇਸ ਚੀਜ਼ ਨੂੰ ਜਿਹੜਾ ਨੋਟ ਕਰ ਲਓ, ਤੁਸੀਂ ਆਪਣੀ ਕਾਪੀ ਤੇ ਲਿਖ ਲਓ, that would be better for you। ਜਿਹੜੇ ਸਲੋਟਸ ਹੈ ਵਾਈਟ ਕਲਰ ਦੇ, ਇਹਨਾਂ ਸਾਰੇ ਐਕਸਪੈਂਸ਼ਨ ਸਲੋਟਸ ਦੇ ਵਿੱਚ ਅਸੀਂ ਉਹ ਕਰਦੇ ਹਾਂ ਕਿ ਨਾਮ ਹੈ ਕਾਰਡਸ ਲਗਾਉਂਦੇ ਆ। ਜਿਹੜੇ ਐਕਸਪੈਂਸ਼ਨ ਸਲੋਟਸ ਵਾਈਟ ਕਲਰ ਦੇ ਛੋਟੇ ਸਾਈਜ਼ ਦੇ ਹੈ ਉਹਨਾਂ ਨੂੰ ਅਸੀਂ ਕਹਿੰਦੇ ਆ PCI ਸਲੋਟਸ। ਤੇ ਜਿਹੜੇ ਬਲੈਕ ਕਲਰ ਦੇ ਹੈ, ਲੁੱਕ ਐਟ ਦਿਸ ਵਨ, ਆ ਬਲੈਕ ਕਲਰ ਵਾਲੇ, ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ISA ਸਲੋਟਸ। ਦਿਸ ਬਲੈਕ ਕਲਰ ਇਹ ਹੈਗੇ ਤੁਹਾਡੇ ISA ਸਲੋਟਸ
ਆ ਵਾਈਟ ਕਲਰ ਵਾਲੇ ਤੁਹਾਡੇ PCI ਸਲੋਟਸ। ਦੋ ਕਾइंड ਦੇ ਐਕਸਪੈਂਸ਼ਨ ਸਲੋਟਸ ਅਵੇਲੇਬਲ ਹੈ ਮਦਰਬੋਰਡ ਤੇ। वन इज योर PCI slots, की है PCI slots, की है ISS slots, मैं कवर करांगा। बेसिकली बसेस है, दीज आर ऑल बसेस। कुछ 8 बिट है, कुछ 16 बिट है, कुछ 32 बिट है। आई विल एक्सप्लेन ऑल दिस स्लॉट्स भी क्यों कैसे लिए यूज होंगे है। बट राइट नाउ ਤੁਸੀਂ ਜਸਟ ਇਸ ਚੀਜ਼ ਨੂੰ ਅੰਡਰਸਟੈਂਡ ਕਰੋ that ਅੱਜ ਦੇ ਡੇਟ ਜਿਹੜੇ ਤੁਹਾਡੇ ਕੋਲ ਮਦਰਬੋਰਡ ਆਉਂਦੇ ਹੈ ਉਹਨਾਂ ਚ PCI slots ਅਵੇਲੇਬਲ ਹੈ, ਉਹਨਾਂ ਚ ISS slots ਅਵੇਲੇਬਲ ਹੈ, ਉਹਨਾਂ ਚ ਥਰਡ ਟਾਈਪ ਦਾ ਇੱਕ ਹੋਰ slot ਅਵੇਲੇਬਲ ਹੁੰਦਾ ਹੈ, that is your AGP slot। AGP slot ਇਹ ਵੀ ਅਵੇਲੇਬਲ ਹੁੰਦਾ ਹੈ। तीन different kind ਦੇ ਹੈ। PCI slot is available, then ISS slot is available, then AGP slot is available। ਆ तीन different kind ਦੇ slots available है। ਇੱਕ ਆ ਦੇਖੋ, ਆ expansion slot ਤੇ ਕਾਰਡ ਲਗਾਇਆ ਹੋਇਆ ਹੈ, ਫਿਟ ਕੀਤਾ ਹੈ, ਔਰ ਇਹ slot ਐਦਾਂ ਦੇ ਬਣੇ ਹੁੰਦੇ ਹੈ, ਤੁਸੀਂ ਕਾਰਡ ਲਗਾਓ, ਕਾਰਡ ਨੇ ਆਪਣੇ ਆਪ ਫਿਟ ਹੋ ਜਾਣਾ। ਸਾਨੂੰ ਇਹ ਬੈਕ ਸਾਈਡ ਦਿਖਦੀ ਹੈ, ਇਹ ਬੈਕ ਸਾਈਡ ਤੇ ਦੇਖੋ ਡਿਸਪਲੇ ਦਾ ਅਡਾਪਟਰ ਹੈ, ਔਰ ਇਸੇ ਡਿਸਪਲੇ ਅਡਾਪਟਰ ਤੇ ਅਸੀਂ ਜਾ ਕੇ ਆਪਣਾ ਜਿਹੜਾ ਮੋਨੀਟਰ ਦਾ ਕਨੈਕਟਰ ਲਗਾਣੇ। ਹੋਰ ਕੀ ਅਵੇਲੇਬਲ ਹੈ ਤੁਹਾਡੇ? ROM, ਆ ROM permanent fitted chip ਤੁਹਾਡੇ ਕੋਲ ਅਵੇਲੇਬਲ। this one is a cell, ਆ ਜਿਹੜੀ ਚੀਜ਼ ਹੈ this one is a cell, ਔਰ ਇਹ ਸੈੱਲ ਬਾਇਓਸ ਦੀ ਸੈਟਿੰਗਸ ਨੂੰ ਸਟੋਰ ਕਰਦਾ ਹੈ। ਆ ਸੈੱਲ ਹੈ, ਇਹ ਸੈੱਲ ਬਾਇਓਸ ਦੀ ਸੈਟਿੰਗਸ ਨੂੰ ਸਟੋਰ ਕਰਦਾ ਹੈ, ਔਰ ਅਗਰ ਤੁਹਾਡਾ ਸੈੱਲ ਵੀਕ ਹੋ ਗਿਆ ਜਾਂ ਖਤਮ ਹੋ ਗਿਆ ਆਫਟਰ 2 or 3 years ਤਾਂ ਤੁਹਾਡੀ ਬਾਇਓਸ ਦੀ ਸੈਟਿੰਗਸ ਹਰ ਵਾਰੀ ਚੇਂਜ ਕਰਨੀਆਂ ਤੁਹਾਨੂੰ ਪੈਂਦੀਆਂ। ਹੁਣ ਇਹ ਬੈਕ ਸਾਈਡ ਤੇ ਦੇਖੋ, ਆ ਦੇਖੋ, ਆ ਤੁਹਾਨੂੰ ਬੈਕ ਸਾਈਡ ਜਿਹੜੀ ਦਿਖਦੀ ਹੈ ਇਹ ਸਾਈਡ, ਆਈ ਐਮ ਮਾਰਕਿੰਗ ਇਟ, ਤੁਹਾਨੂੰ ਸਾਰੀ ਇਹ ਸਾਈਡ ਦਿਖਦੀ ਆ ਜਿਹੜੀ ਆ ਸਾਈਡ ਆ ਬਾਹਰਲੇ ਪਾਸੇ। ਇਹਦੇ ਵਿੱਚ ਡਿਫਰੈਂਟ ਅਗਰ ਤੁਸੀਂ ਦੇਖੋ ਆ ਕੀਬੋਰਡ ਲਗਾਉਣ ਲਈ, ਮਾਊਸ ਲਗਾਉਣ ਲਈ ਕਨੈਕਟਰਸ ਅਵੇਲੇਬਲ ਹੈ, ਠੀਕ ਹੈ, USB ਪੋਰਟਸ ਅਵੇਲੇਬਲ ਹੈ। ਸਾਨੂੰ ਸਿਰਫ ਇਹ ਸਾਈਡ ਦਿਖਦੀ ਹੈ, ਜਿਹੜੀ ਬਾਕੀ ਸਾਈਡ ਹੈ ਨਾ ਉਹ ਸਾਨੂੰ ਵਿਜ਼ਿਬਲ ਨਹੀਂ ਹੁੰਦੀ, ਕਿਉਂਕਿ ਉਹ ਸਾਰੀ ਦੀ ਸਾਰੀ ਸਾਈਡਸ ਕੰਪਿਊਟਰ ਦੇ ਅੰਦਰ ਹੁੰਦੀਆਂ। ਜੋ ਵਿਜ਼ਿਬਲ ਸਾਈਡਸ ਹੈ ਉਹ ਮੈਂ ਤੁਹਾਨੂੰ ਦਿਖਾ ਰਿਹਾ, ਇਹ ਸਾਈਡਸ ਵਿਜ਼ਿਬਲ ਹੁੰਦੀ ਹੈ। अगर मदरबोर्ड की होर डिटेल पिक्चर देखनी है तो एक होर डिटेल पिक्चर है, देखो सब तो बॉटम ते ब्लैक कलर दा ISA स्लॉट, वाइट कलर दे 1 2 3 4 5 PCI स्लॉट, आ एक होर छोटा ब्लैक कलर दा दैट इज AGP स्लॉट। CPU किथे फिट होना है? इस जगह ते CPU ने फिट होना है, ठीक है। उस तो बाद देखो आ पैरेलल पोर्ट्स है, पैरेलल पोर्ट्स ਦੇ ਵਿੱਚ ਕਿਹੜੇ ਹੁੰਦੇ? ਜਿਹੜੇ ਪ੍ਰਿੰਟਰ ਦੇ ਪੋਰਟਸ ਹੁੰਦੇ, ਜਿਹਦੇ ਥਰੂ ਅਸੀਂ ਪ੍ਰਿੰਟਰ ਕਨੈਕਟ ਕਰਦੇ ਹਾਂ। ਮੈਂ ਤੁਹਾਡੇ ਨਾਲ ਸੀਰੀਅਲ ਪੈਰਲਲ ਪੋਰਟਸ ਦੀ ਵੀ ਗੱਲ ਕਰਾਂਗਾ। ਸੀਰੀਅਲ ਪੋਰਟ ਤੇ ਆਮ ਤੌਰ ਤੇ ਮਾਊਸ ਤੇ ਕੀਬੋਰਡ ਅਟੈਚ ਕਰਦੇ ਹਾਂ ਅਸੀਂ, ਪੈਰਲਲ ਪੋਰਟ ਤੇ ਆਮ ਤੌਰ ਤੇ ਪ੍ਰਿੰਟਰ ਅਟੈਚ ਕਰਦੇ ਹਾਂ, ਜੋ ਨॉर्मल ਸਾਡਾ ਕਨਸੈਪਟ ਹੈ। ਅੱਜ ਕੱਲ ਤਾਂ ਚਲੋ ਕਨਸੈਪਟ ਐਸਾ ਆ ਗਿਆ, ਹਰ ਚੀਜ਼ USB ਤੇ ਆ ਗਈ, ਬਟ ਜਨਰਲ ਔਰ ਕਨਵੈਨਸ਼ਨਲ ਕਨਸੈਪਟ ਇਹੀ ਆਂਦਾ ਹੈ that ਸੀਰੀਅਲ ਪੋਰਟ ਤੇ ਅਸੀਂ ਮਾਊਸ ਐਂਡ ਕੀਬੋਰਡ ਕਨੈਕਟ ਕਰਦੇ ਹਾਂ, ਪੈਰਲਲ ਪੋਰਟ ਤੇ ਅਸੀਂ ਆਮ ਤੌਰ ਤੇ ਪ੍ਰਿੰਟਰ ਕਨੈਕਟ ਕਰਦੇ ਹਾਂ। ਇਸ ਤੋਂ ਬਾਅਦ ਤੁਹਾਡੇ USB port, this is the USB port that is available। ਤੇ ਆ ਮੈਂ ਤੁਹਾਨੂੰ ਲਾਸਟ ਸਲਾਈਡ ਜਿਹੜੀ ਚੀਜ਼ ਦੱਸੀ ਸੀ, ਦਿਖਾਈ ਸੀ, that is CMOS बैटरी रिक्वायर्ड ਹੁੰਦੀ ਹੈ। बैटरी is required for the functioning ਦੀ ਸਾਨੂੰ बैटरी ਚਾਹੀਦੀ ਹੈ। ਜੇ बैटरी ਨਹੀਂ ਹੋਊਗੀ ਤਾਂ ਤੁਹਾਡੇ ਕੋਲ ਸਟੋਰ ਨਹੀਂ ਹੋਏਗਾ ਕੁਝ ਵੀ। ਉਸ ਤੋਂ ਬਾਅਦ ਆ ਪੁਆਇੰਟ ਦੇਖੋ, ਲੁੱਕ ਐਟ ਦਿਸ ਪੁਆਇੰਟ, SMPS ਤੋਂ ਪਾਵਰ ਕੇਬਲਸ ਆਉਂਦੀਆਂ, ਜਿਨ੍ਹਾਂ 'ਚ ਪਾਵਰ ਸਪਲਾਈ ਹੁੰਦੀ ਹੈ। ਉਹ ਕੇਬਲਸ ਆ ਕੇ
ਪਾਵਰ ਸਪਲਾਈ ਪਲੱਗ-ਇਨ ਤੇ ਆ ਕੇ ਫਿੱਟ ਹੁੰਦੀ ਹੈ। ਪਾਵਰ ਸਪਲਾਈ ਪਲੱਗ-ਇਨ ਤੇ ਆ ਕੇ ਫਿੱਟ ਹੁੰਦੀ ਹੈ। ਜਦੋਂ ਐਸਐਮਪੀਐਸ ਤੋਂ ਕੇਬਲ ਆ ਕੇ ਇੱਥੇ ਫਿੱਟ ਹੋਏਗੀ ਤਾਂ ਤੁਹਾਡੇ ਮਦਰਬੋਰਡ ਨੂੰ ਪਾਵਰ ਸਪਲਾਈ ਆਏਗੀ। ਇੱਕ ਹੋਰ ਪੁਆਇੰਟ ਇੱਥੇ ਲਿਖਿਆ ਹੈ CPU ਫੈਨ ਪਲੱਗ-ਇਨ। ਇਹ ਇੱਥੇ ਕਨੈਕਟਰ ਹੈ, ਇਹ ਕਿਸ ਪਰਪਸ ਲਈ ਯੂਜ਼ ਹੁੰਦਾ ਹੈ? CPU ਤਾਂ ਇੱਥੇ ਫਿੱਟ ਹੋ ਗਿਆ, ਲੇਕਿਨ ਹਰ CPU ਦੇ ਉੱਪਰ ਇੱਕ ਫੈਨ ਲੱਗਦਾ ਹੈ ਜਾਂ ਹੀਟ ਸਿੰਕ ਲੱਗਦਾ ਹੈ। ਉਸ ਫੈਨ ਜਾਂ ਉਸ ਹੀਟ ਸਿੰਕ ਦਾ ਪਰਪਸ ਇਹ ਹੁੰਦਾ ਹੈ ਕਿਉਂਕਿ CPU ਜਦੋਂ ਕੰਮ ਕਰਦਾ, ਜਦੋਂ ਦੀ ਵਰਕਿੰਗ ਹੁੰਦੀ ਹੈ, ਹੀਟ ਛੱਡਦਾ ਹੈ, ਉਸ ਹੀਟ ਨੂੰ এনवायरमेंट ਦੇ ਵਿੱਚ ਛੱਡਣ ਲਈ ਆਮ ਤੌਰ ਤੇ CPU ਦੇ ਉੱਪਰ ਇੱਕ ਫੈਨ ਫਿੱਟ ਕੀਤਾ ਜਾਂਦਾ ਹੈ ਜਿਹੜਾ ਉਹਦੀ ਹੀਟ ਨੂੰ ਸੋਕ ਕਰਕੇ এনवायरमेंट ਚ ਪਾਉਂਦਾ ਹੈ। ਉਹ ਫੈਨ ਕਿੱਦਾਂ ਚੱਲੇਗਾ, ਉਹਨੂੰ ਪਾਵਰ ਕਿੱਥੋਂ ਮਿਲੇਗੀ? ਉਹਦੀ ਕੇਬਲ CPU ਫੈਨ ਪਲੱਗ-ਇਨ ਤੇ ਲੱਗੇਗੀ। ਦੈਨ ਆ ਦੇਖੋ, ਆ 2 1 2 ਐਂਡ 3 ਇਹ ਤੁਹਾਡੇ ਮੈਮਰੀ ਸਲੋਟ ਹੈ। ਆਹ ਵਾਲਾ ਜਿਹੜਾ ਕਨੈਕਟਰ ਹੈ, ਜਿਹੜੀ ਫਲੋਪੀ ਡਰਾਈਵ ਹੈ, ਫਲੋਪੀ ਡਰਾਈਵ ਕਿੱਥੇ ਕਨੈਕਟ ਹੋਣੀ? ਇਸ ਕਨੈਕਟਰ ਤੇ ਕਨੈਕਟ ਹੋਣੀ। ਹਾਰਡ ਡਿਸਕ ਐਂਡ CD-ROM ਦੇ ਕਨੈਕਟਰ ਬਿਲਕੁਲ ਸਿਮਿਲਰ ਹੁੰਦੇ ਆ, ਇਹ ਦੋਨੋਂ ਇਸ ਪੁਆਇੰਟ ਤੇ ਆ ਕੇ ਕਨੈਕਟ ਹੋ। ਹਾਰਡ ਡਿਸਕ ਤੇ CD-ROM ਦੇ ਕਨੈਕਟਰ ਕਾਮਨ ਹੁੰਦੇ ਆ, ਇਹਨਾਂ ਨੇ ਇਸ ਪੁਆਇੰਟ ਤੇ ਆ ਕੇ ਕਨੈਕਟ ਕਰਨਾ। ਠੀਕ ਹੈ, ਮੈਂ ਤੁਹਾਨੂੰ ਮਦਰਬੋਰਡ ਦਾ ਇੱਕ ਓਵਰਵਿਊ ਦੱਸ ਰਿਹਾ। ਅਗਰ ਅਸੀਂ ਗੱਲ ਕਰੀਏ ਇਸ ਪਾਰਟਿਕੂਲਰ ਸਬਜੈਕਟ ਦੀ, ਕੰਪਿਊਟਰ ਪੈਰੀਫਿਰਲਸ ਐਂਡ ਇੰਟਰਫੇਸਿੰਗ ਨਾ, ਇਹ ਸਬਜੈਕਟ ਅਸੀਂ ਹਰ ਚੀਜ਼ ਪੜ੍ਹਨੀ। ਅਸੀਂ ਹਾਰਡ ਡਿਸਕ ਡਰਾਈਵ ਵੀ ਪੜ੍ਹਨੀ ਹੈ, ਅਸੀਂ ਰੈਮ ਵੀ ਪੜ੍ਹਨੀ ਹੈ, ਅਸੀਂ CPU ਵੀ ਪੜ੍ਹਨਾ ਹੈ, ਅਸੀਂ ਆ PCI AGP ISS ਸਲੋਟ ਵੀ ਪੜ੍ਹਨੇ ਹੈ, ਸੀਰੀਅਲ ਪੋਰਟਸ, ਪੈਰਲਲ ਪੋਰਟ, USB ਪੋਰਟ ਉਹ ਵੀ ਪੜ੍ਹਨੇ ਹੈ। ਠੀਕ ਹੈ, SMPS ਵੀ ਪੜ੍ਹਨੀ ਹੈ। ਇਹ ਸਾਰਾ ਦਾ ਸਾਰਾ ਸਾਡਾ ਸਿਲੇਬਸ ਹੈ। ਅਗਰ ਇਸ ਤੁਸੀਂ ਇਸ ਪ੍ਰੈਜੈਂਟੇਸ਼ਨ ਨੂੰ ਦੇਖੋ ਜਾਂ ਇਸ ਪਾਰਟਿਕੂਲਰ ਸਲਾਈਡ ਨੂੰ ਦੇਖੋ, then this particular slide is as a whole syllabus, ਪੂਰਾ ਦਾ ਪੂਰਾ ਸਿਲੇਬਸ ਇਹੀ ਹੈ। ਅਗਰ ਮੇਰੇ ਨਾਲ ਤੁਸੀਂ ਥਰਡ ਚੈਪਟਰ ਦੀ ਗੱਲ ਕਰੋਗੇ ਨਾ, ਥਰਡ ਚੈਪਟਰ ਕੀ ਹੈ? ਥਰਡ ਚੈਪਟਰ ਇਹੀ ਹੈ ਦੈਟ ਆ ਜਿਹੜਾ ID ਹਾਰਡ ਡਿਸਕ ਐਂਡ CD-ROM ਕੀ ਹੈ। ਫੋਰਥ ਚੈਪਟਰ ਦੇ ਵਿੱਚ ਅਸੀਂ ਆਮ ਤੌਰ ਤੇ ਆ ਲਵਾਂਗੇ ਦੈਟ ਜਿੰਨੇ ਤੁਹਾਡੇ ਕੋਲ ਸਲੋਟਸ ਜਾਂ ਸੀਰੀਅਲ ਪੋਰਟਸ ਜਾਂ ਪੈਰਲਲ ਪੋਰਟ ਅਵੇਲੇਬਲ। ਇਸ motherboard is the main board of the computer, ਔਰ ਉਹਦੇ ਵਿੱਚ ਹੀ ਸਾਰੀ ਦੀ ਸਾਰੀ ਫੰਕਸ਼ਨਿੰਗ ਆਫ ਕੰਪਿਊਟਰ ਸਟੋਰ ਹੁੰਦੀ ਹੈ। ਅਗਰ ਮਦਰਬੋਰਡ 'ਚ ਪ੍ਰੋਬਲਮ ਆ ਗਈ ਤਾਂ ਟੋਟਲ ਪ੍ਰੋਬਲਮ ਤੁਹਾਡੇ ਕੰਪਿਊਟਰ 'ਚ ਆ ਗਈ। ਠੀਕ ਹੈ ਜੀ, ਉਹੀ ਮਦਰਬੋਰਡ ਮੈਂ ਤੁਹਾਨੂੰ ਇੱਕ ਹੋਰ ਡਾਇਗਰਾਮ 'ਚ ਐਕਸਪਲੇਨ ਕੀਤਾ ਹੈ। AGP ਸਲੋਟ, PCI ਸਲੋਟ। ਇਸ ਡਾਇਗਰਾਮ ਤੋਂ ਤੁਹਾਨੂੰ ਥੋੜਾ ਬੈਟਰ ਦਿਖ ਜਾਏਗਾ। ਕਿੱਦਾਂ, ਕਿਉਂ ਬੈਟਰ ਦਿਖੇਗਾ? ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਦੇ ਵਿੱਚੋਂ, ਲੁੱਕ ਵੇਟ। ਇਹ ਜਿਹੜੀ ਸਾਈਡ ਹੈ ਨਾ, ਦਿਸ ਸਾਈਡ ਜੋ ਮੈਂ ਮਾਰਕ ਕਰ ਰਿਹਾ, the side that I am marking with red line now, ਇਹ ਸਾਈਡ ਤੁਹਾਨੂੰ ਬਾਹਰ ਨੂੰ ਦਿਖਦੀ ਹੈ, ਬਾਕੀ ਮਦਰਬੋਰਡ ਅੰਦਰ ਫਿਟਡ ਹੁੰਦਾ ਹੈ। ਇਸ ਸਾਈਡ ਦੇ ਵਿੱਚ ਤੁਸੀਂ ਦੇਖੋ PS2 ਮਾਊਸ ਤੇ ਕੀਬੋਰਡ ਦੇ ਪਲੋਟ ਹੈ, USB ਪੋਰਟ ਹੈ, ਸੀਰੀਅਲ ਪੋਰਟ ਹੈ, ਪੈਰਲਲ ਪੋਰਟ ਹੈ, LAN ਪੋਰਟ ਹੈ, ਆਡੀਓ ਪੋਰਟ ਹੈ। ਸਾਨੂੰ ਇਹੀ ਸਾਈਡ ਤੁਹਾਨੂੰ ਵਿਜ਼ੀਬਲ ਹੁੰਦੀ ਹੈ, rest of the motherboard is not visible to us। ਸਾਨੂੰ ਬਾਕੀ ਦਾ ਮਦਰਬੋਰਡ ਵਿਜ਼ੀਬਲ ਨਹੀਂ ਹੁੰਦਾ, ਸਾਨੂੰ ਮੇਨਲੀ ਇਹੀ ਸਾਈਡ ਵਿਜ਼ੀਬਲ ਹੁੰਦੀ ਹੈ, ਔਰ ਉਹੀ ਸਾਈਡ ਅਸੀਂ ਆਮ ਤੌਰ ਤੇ ਦੇਖਦੇ ਹਾਂ। ਬਾਕੀ ਕਿਉਂਕਿ ਯੂਜ਼ਰ ਹੈ, ਯੂਜ਼ਰ ਨੂੰ ਕੀ ਰਿਕੁਆਇਰਮੈਂਟ ਹੈ? ਯੂਜ਼ਰ ਨੂੰ ਤਾਂ ਕੋਈ ਰਿਕੁਆਇਰਮੈਂਟ ਨਹੀਂ ਬਾਕੀ ਸਾਈਡ ਦੀ। ਯੂਜ਼ਰ ਨੂੰ ਤਾਂ ਸਿਰਫ ਇੱਕ ਐਪਲੀਕੇਸ਼ਨ ਚਾਹੀਦੀ ਹੈ, ਉਹ ਪਾਰਟਿਕੂਲਰ ਐਪਲੀਕੇਸ਼ਨ ਯੂਜ਼ਰ ਨੂੰ ਮਿਲਦੀ ਹੈ ਇਹਦੇ ਥਰੂ। ਠੀਕ ਹੈ, ਇਸ ਦਿਸ ਇਸ ਕਲੀਅਰ ਹੈ? ਮੈਂ ਸਿਰਫ ਅੱਜ ਦੇ ਲੈਕਚਰ ਦੇ ਵਿੱਚ ਮੈਂ ਕੀ ਲੈ ਰਿਹਾ, ਮੈਂ ਸਿਰਫ ਔਰ ਸਿਰਫ ਮਦਰਬੋਰਡ ਦੀ ਇੰਟਰੋਡਕਸ਼ਨ ਲੈ ਰਿਹਾ। I am just taking the introduction of motherboard।